सत श्री अकाल। ओम शांति। आज ਆਪਾਂ ਇੱਕ ਨਵੀਂ ਦਿਸ਼ਾ ਵੱਲ ਚੱਲੀਏ। स्वास्थ्य बारे, सेहत बारे मैं पहला दस चुकिया। इस तो पहले एपीसोड ਦੇ ਵਿੱਚ कुछ ਗੱਲਾਂ जो कि चेतना ਦੀ, जो कॉन्शियस ਦੀ आत्मा ਦੀਆਂ ਬਿਮਾਰੀਆਂ ਹਨ, ਉਹਨਾਂ ਦਾ ਟ੍ਰੀਟਮੈਂਟ ਵੀ ਮੈਟਾਫਿਜ਼ੀਕਲ ਹੈ। ਮੈਟਾਫਿਜ਼ੀਕਲ ਮਾਨਾ ਕਿਸੇ ਵੀ ਉਹ ਦਵਾਈ ਨੂੰ ਅਸੀਂ ਯੂਜ਼ ਨਹੀਂ ਕਰ ਸਕਦੇ ਜਿਹੜੀ ਅਸੀਂ ਸਰੀਰ ਦੀ ਬਿਮਾਰੀ ਦੇ ਉੱਤੇ ਯੂਜ਼ ਕਰਦੇ ਹਾਂ। ਮਾਨਸਿਕ ਰੋਗਾਂ ਦੇ ਉੱਤੇ ਸਾਈਕੈਟਰੀ ਜਾਂ ਨਿਊਰੋਬਾਇਓਲੋਜਿਸਟ, ਨਿਊਰੋਲੋਜਿਸਟ ਕੁਝ ਦਵਾਈਆਂ ਦਾ ਪ੍ਰਯੋਗ ਜ਼ਰੂਰ ਕਰਦੇ ਹਨ, ਪਰ ਉਹਨਾਂ ਦਾ ਉਹ ਰੈਡੀਕਲ ਟ੍ਰੀਟਮੈਂਟ ਨਹੀਂ ਹੈ। ਉਹ ਉਹਨਾਂ ਨੂੰ ਉਮਰ ਭਰ ਹੀ ਖਾਣੀਆਂ ਪੈਂਦੀਆਂ, ਜਿੱਦਾਂ ਡਿਪਰੈਸ਼ਨ ਹੈ, ਅਨਈਜ਼ੀਨੈਸ ਹੈ, ਇਰੀਟੇਸ਼ਨ ਹੈ, क्रोधी नेचर है, क्रोधी आदत है, या फिर ले लो नशा का आधार लेंगे और ओदा भी डबल नुकसान। चेतना की शक्ति कमजोर और नशे नाल शरीरक शक्ति कमजोर, और हर एक आत्मा की इम्यूनिटी, रोग प्रतिकारक शक्ति आत्मा की भी घटती है, नर्वस सिस्टम की भी घटती है, और शरीरक सिस्टम की भी घटती है। साडी फिजियोलॉजी के उत्ते इसका गहत गहरा इफेक्ट होता है। अज मैं अपने अनुभव के आधार के उत्ते कुछ गल्लां कहांगा जिन्हों असीं ये कहने हैं बिलीफ सिस्टम। साडा विश्वास किसी न किसी आधार के उत्ते ते जरूर है। असीं किसी देवता नूं भी याद करते हैं, पूजा भी करते हैं, और हरेक दे कोई ना कोई भी इष्ट देवता हैं। इस तरीके नाल ही सानू कुछ शिक्षा समाज वालों जो मिलियां, असीं उन्हां दे आधार दे उत्ते चलदे सी। पर की मेरा विश्वास राइट है, या मेरा विश्वास मेरी रियलिटी तो, मेरी वास्तविकता तो हट के है। मैं ये समझदा सी कि आत्मा तो निर्विलेप है, आत्मा नूं तां कोई पाप कर्म नहीं लगदा, ये तां सारे शरीर दे रोग हैं। पर ज्यों ही मैं ब्रह्मा कुमारी इंस्टीट्यूशन के कनैक्शन विच आया, एक सप्ताह का कोर्स मैनू करना जरूर पिया, पर मेरे विश्वास विच बड़ी महान परिवर्तन होया। वो परिवर्तन की होया कि मैं ये समझदा सी जे कुछ मर्जी खाओ पियो, मौज उड़ाओ, जिस तरह की मर्जी इंटरटेनमेंट करो, ये तो सारे शरीर के नाल ही चले जाते हैं। पाप कर्म एक शरीर तो दूसरे शरीर। ये मेरा एक्चुअली फाल्टी लाइफ स्टाइल सी, जिसनों मैं समझिया। मैनू इस कोर्स दे विच एक सिंपल जी गल दसी जी कि एक गड्डी है, वो गड्डी नूं चलाउण वाला ड्राइवर है, अचानक उसका एक्सीडेंट हो जाता है, गड्डी नूं नुकसान पहुंचता है।
ਔਰ ਚਲਾਉਣ ਵਾਲੇ ਬੰਦੇ ਨੂੰ ਵੀ ਸਰੀਰ ਨੂੰ ਨੁਕਸਾਨ ਪਹੁੰਚਿਆ। ਤਾਂ ਕਹਿਣ ਦਾ ਭਾਵ ਉਹਨਾਂ ਦਾ ਇਹ ਸੀ ਕਿ ਸਜ਼ਾ ਗੱਡੀ ਨੂੰ ਮਿਲਣੀ ਚਾਹੀਦੀ ਹੈ ਜਾਂ ਡਰਾਈਵਰ ਨੂੰ ਮਿਲਣੀ ਚਾਹੀਦੀ ਹੈ। ਮੈਂ ਕਿਹਾ ਉਹ ਤੇ ਭੈਣ ਜੀ ਡਰਾਈਵਰ ਨੂੰ ਮਿਲਣੀ ਚਾਹੀਦੀ ਹੈ। ਤੇ ਉਹ ਕਹਿੰਦੇ ਇਹ ਸਰੀਰ ਵੀ ਇੱਕ ਗੱਡੀ ਹੈ, ਇਹ ਗੱਡੀ ਨੂੰ ਚਲਾਉਣ ਵਾਲਾ ਡਰਾਈਵਰ ਕੌਣ ਹੈ, ਇਹਦਾ ਮੈਨੇਜਮੈਂਟ ਸਿਸਟਮ ਕੌਣ ਕਰਦਾ, ਉਹ ਕਿਸ ਜਗ੍ਹਾ ਤੇ ਬੈਠਾ ਹੈ। ਔਰ ਵਿਗਿਆਨ ਨੇ ਤਾਂ ਇਹ ਚੀਜ਼ ਸਿੱਧ ਕਰ ਦਿੱਤੀ ਕਿ ਜਿਹੜੀ ਬੋਡੀ ਹੈ, ਇਹ ਬੋਡੀ ਦੇ ਮੋਲੀਕਿਊਲਸ ਜਿਹੜੇ ਸੈੱਲ ਹਨ, ਇਹ ਸਾਨੂੰ ਮੈਨੇਜ ਨਹੀਂ ਕਰਦੇ। ਹਾਂ, ਇਹ ਚੇਤਨ ਸ਼ਕਤੀ ਨੂੰ ਦਾ ਕੁਝ ਆਧਾਰ ਬਣਦੇ ਹਨ। ਔਰ ਚੇਤਨ ਸ਼ਕਤੀ ਨੂੰ ਆਪਣੀ ਮੈਮੋਰੀਜ਼ ਨੂੰ, ਆਪਣੇ ਵਿਚਾਰਾਂ ਨੂੰ ਇੱਕ ਮੈਮੋਰੀ ਬੈਂਕ ਬਣਾ ਦਿੰਦੇ ਹਨ, ਜਿਸ ਦੇ ਅੰਦਰ ਪੋਜ਼ਿਟਿਵ ਥਾਟਸ, ਪੋਜ਼ਿਟਿਵ ਮੈਮੋਰੀਜ਼, ਉਹ ਸਾਡੇ ਮੈਮੋਰੀ ਬੈਂਕ ਦੇ ਵਿੱਚ ਜਮ੍ਹਾਂ ਹੋ ਜਾਂਦੀਆਂ। ਤਾਂ ਉਹਨਾਂ ਕਿਹਾ ਕਿ ਆਤਮਾ ਅਜ਼ਰ ਅਮਰ ਅਵਿਨਾਸ਼ੀ ਹੈ, ਔਰ ਇਹ ਆਦਿ ਰੂਪ ਦੇ ਵਿੱਚ ਔਰ ਅਨਾਦਿ ਰੂਪ ਦੇ ਵਿੱਚ। ਅਨਾਦਿ ਉਹਨਾਂ ਨੇ ਮੈਨੂੰ ਕਿਹਾ ਕਿ ਭਾਵੀ ਬਣੀ ਹੋਈ ਹੈ, ਇਹ ਇੱਕ ਡਰਾਮਾ ਵਿਸ਼ਵ ਦਾ ਬਣਿਆ ਹੋਇਆ ਹੈ ਜੋ ਚੱਲਦਾ ਹੀ ਰਹਿੰਦਾ ਹੈ। ਇਹਦੇ ਸਾਈਕਲਿਕ। ਮੈਂ ਕਿਹਾ ਇਹ ਤਾਂ ਗੱਲ ਠੀਕ ਹੈ, ਅਸੀਂ ਕਹਦੇ ਵੀ ਹਾਂ ਬਣੀ ਬਣਾਈ ਬਣ ਰਹੀ, ਨਹੀਂ ਕੁਛ ਬਣਨੀ ਨਹੀਂ, ਚਿੰਤਾ ਤਾਂ ਹੀ ਕੀਜੀਏ ਜੇ ਅਣਹੋਣੀ ਹੋਵੇ। ਅਣਹੋਣੀ ਤਾਂ ਕੋਈ ਚੀਜ਼ ਹੁੰਦੀ ਨਹੀਂ ਹੈ। ਇਹਦਾ ਮਤਲਬ ਇਹ ਹੈ ਕਿ ਇਹ ਡਰਾਮਾ ਆਦ ਤੋਂ ਲੈ ਕੇ ਅੰਤ ਤੱਕ ਚੱਲਦਾ। ਫਿਰ ਮੈਨੂੰ ਇੱਕ ਹੋਰ ਚੀਜ਼ ਆਈ, ਮੈਂ ਕਿਹਾ ਭੈਣ ਜੀ ਇਹ ਤੇ ਲੱਖਾਂ ਫਰਸ਼ ਦਾ ਡਰਾਮਾ ਹੈ, ਇਸ ਦੇ ਅੰਦਰ 84 ਲੱਖ ਜੂਨੀਆਂ ਜਾਣਾ ਪੈਂਦਾ ਹੈ, ਔਰ ਮਾਨਸ ਜੂਨੀ ਸ੍ਰੇਸ਼ਟ ਮੰਨੀ ਜਾਂਦੀ ਹੈ। ਪਰ ਮੇਰਾ ਖਿਆਲ ਹੈ ਕਿ ਜਿੰਨੇ ਅਸੀਂ ਦੁਖੀ ਹਾਂ, ਉਹਨੇ ਜਾਨਵਰ ਵੀ ਦੁਖੀ ਨਹੀਂ ਹੋਣਗੇ। ਕਿਸੇ ਜਾਨਵਰ ਨੂੰ ਅਸੀਂ ਟੈਨਸ਼ਨ ਆਈ ਬਹੁਤ ਘੱਟ ਦੇਖੀ ਹੈ, ਪਰ ਅੱਜ ਬੰਦਿਆਂ ਨੂੰ ਦੇਖੀਏ ਤਾਂ ਫੋਰਨ ਕੰਟਰੀ ਦੇ ਵਿੱਚ ਵੀ 45-50% ਡਿਪਰੈਸ਼ਨ ਦੇ ਕੇਸ ਚੱਲ ਰਹੇ ਆ। ਮੈਂ ਕਿਹਾ ਇਹ ਜਿਹੜੀ ਮਾਨੁਸ਼ ਦੇ ਵਿਚਾਰ ਹਨ, ਇਹ ਮਾਨੁਸ਼ ਨੂੰ ਹੀ ਇੰਨਾ ਦੁੱਖ ਕਿਉਂ ਹੋ ਰਿਹਾ ਹੈ। ਉਹਨਾਂ ਕਿਹਾ ਇਹ ਸੰਸਾਰ ਦੀਆਂ ਜਿੰਨੀਆਂ ਵੀ ਜਾਤੀਆਂ ਹਨ, ਜਿੰਨੀਆਂ ਵੀ ਜੋਨੀਆਂ ਹਨ, ਉਹਨਾਂ ਦੇ ਵਿੱਚੋਂ ਸਰਵ ਸ੍ਰੇਸ਼ਟ ਜੋਨੀ ਮਾਨੁਸ਼ ਦੀ ਹੈ। ਦੂਜਾ ਮੇਰਾ ਵਿਸ਼ਵਾਸ ਬਦਲਿਆ। ਉਹਨਾਂ ਨੇ ਕਿਹਾ ਜੈਸਾ ਬੀਜ ਵੈਸਾ ਵ੍ਰਿਕਸ਼, ਵੈਸਾ ਵ੍ਰਿਕਸ਼ ਦਾ ਫਲ। ਕਿ ਜੋ ਮਾਨੁਸ਼ ਦੀ ਆਤਮਾ ਹੈ, ਮਨੁੱਖ ਆਤਮਾ ਦਾ ਜੀਵਨ, ਇਸਤਰੀ ਪੁਰਸ਼ ਦਾ ਜੀਵਨ ਬਹੁਤ ਸ੍ਰੇਸ਼ਟ ਹੈ। ਇਹ ਪ੍ਰਵਿਰਤੀ ਮਾਰਗ, ਇਹ ਗ੍ਰਸਤੀ ਮਾਰਗ ਪਹਿਲਾਂ ਸ਼ੁੱਧ ਹੁੰਦਾ ਸੀ, ਕੋਈ ਕਮੀ ਨਹੀਂ ਸੀ। ਪ੍ਰਕਿਰਤੀ, ਕੁਦਰਤ ਦੇ ਜਿੰਨੇ ਵੀ ਅੱਛੇ ਖਾਣ ਪੀਣ ਦੇ ਪਦਾਰਥ ਸਨ, ਉਹ ਕੁਦਰਤ ਸਾਨੂੰ ਪ੍ਰੋਵਾਈਡ ਕਰਦੀ ਸੀ। ਪਰ ਇਹ ਪਰਿਵਰਤਨ ਹੈ, ਸ੍ਰਿਸ਼ਟੀ ਦਾ ਪਰਿਵਰਤਨ ਤਾਂ ਆਦਿ ਤੋਂ ਹੀ ਹੁੰਦਾ ਹੋਇਆ ਹੈ। ਇਹ ਚਾਰੇ ਯੁੱਗ ਗਾਏ ਵੀ ਜਾਂਦੇ ਹਨ। ਆਦਿ ਦੇ ਵਿੱਚ ਸਰਵੋਤਮ ਹੈ, ਸਤੋ ਪ੍ਰਧਾਨਤਾ ਹੈ, ਤੇ ਉਸ ਤੋਂ ਮਗਰੋਂ ਡੀਗ੍ਰੇਡੇਸ਼ਨ ਸ਼ੁਰੂ ਹੋ ਜਾਂਦੀ ਹੈ, ਜਿਸ ਦੇ ਅੰਦਰ ਸਤੋ
ਸਮਾਨ, ਰਜ਼ੋ ਪ੍ਰਦਾਨ। ਔਰ ਅੱਜ ਦੇ ਟਾਈਮ ਵਿੱਚ ਦੇਖੀਏ ਤਾਂ ਹਰ ਇੱਕ ਆਤਮਾ ਦੇ ਵਿਚਾਰ ਇੱਕ ਦੂਸਰੇ ਨਾਲੋਂ ਟੱਕਰ ਖਾਂਦੇ ਹਨ। ਅਸੀਂ ਇੱਕ ਦੂਸਰੇ ਦੇ ਨਾਲ ਡਿਸਕਸ ਸ਼ੁਰੂ ਕਰ ਦਿੰਦੇ ਹਾਂ ਔਰ ਹਰ ਇੱਕ ਦੇ ਵਿਸ਼ਵਾਸ ਅਲੱਗ-ਅਲੱਗ ਹਨ। ਅੱਜ ਤੁਸੀਂ ਤੇ ਇਹ ਗੱਲ ਨੂੰ ਸਮਝ ਲਿਆ। ਮੇਰੇ ਬਿਲੀਫ ਸਿਸਟਮ ਵਿੱਚ ਬਹੁਤ ਚੇਂਜ ਆਈ। ਮੈਂ ਫੋਕਸ ਦੇਣਾ ਸ਼ੁਰੂ ਕੀਤਾ ਇਨਵਰਡ, ਅੰਦਰ ਦੀ ਸ਼ਕਤੀ। ਬਾਹਰੀ ਸ਼ਕਤੀਆਂ ਦੇ ਉੱਤੇ ਤਾਂ ਸਾਡਾ ਵਿਚਾਰ ਚੱਲਦਾ ਹੀ ਰਿਹਾ, ਅੱਜ ਵੀ ਚੱਲ ਰਿਹਾ। ਵਿਗਿਆਨ ਦੀਆਂ ਵੱਡੀਆਂ ਵੱਡੀਆਂ ਖੋਜਾਂ ਹੋ ਰਹੀਆਂ ਨੇ, ਪਰ ਵਿਗਿਆਨ ਅਜੇ ਤੱਕ ਇਹ ਨਹੀਂ ਸਮਝ ਪਾਇਆ ਕਿ ਇੱਕ ਛੋਟੀ ਜਿਹੀ ਲਾਈਟ ਸਟਾਰ, ਜਿਸਨੂੰ ਅਸੀਂ ਆਤਮਾ ਕਹਿੰਦੇ ਹਾਂ, ਉਸ ਦੀ ਨੇਚਰ ਕੀ ਹੈ। ਅੱਜ ਮਨੁੱਖੀ ਜੀਵਨ ਨੂੰ ਸਰਵੋਤਮ ਬਣਾਉਣਾ ਚਾਹੁੰਦਾ ਹੈ ਔਰ ਉਹਨਾਂ ਦੇ ਵਿਚਾਰਾਂ ਵਿੱਚ ਪਰਿਵਰਤਨ ਲੈ ਕੇ ਆਉਣਾ ਚਾਹੁੰਦਾ ਹੈ, ਉਹਨਾਂ ਦੇ ਚਰਿੱਤਰ ਦਾ ਨਿਰਮਾਣ ਕਰਨਾ ਚਾਹੁੰਦਾ ਹੈ। ਪਰ ਚਰਿੱਤਰ ਦੇ ਵਿੱਚ ਗਿਰਾਵਟ ਆ ਰਹੀ ਹੈ। ਇਸ ਤਰ੍ਹਾਂ ਹੀ ਜਦੋਂ ਮੇਰੇ ਇਸ ਵਿਸ਼ਵਾਸ ਵਿੱਚ ਪਰਿਵਰਤਨ ਹੋਇਆ, ਪਹਿਲੀ ਸ਼ਕਤੀ ਮੇਰੇ ਅੰਦਰ ਇਹ ਆਈ, ਮੈਂ ਇੱਕ ਚੇਤਨ ਸ਼ਕਤੀ ਹਾਂ ਔਰ ਮੈਂ ਆਪਣੀ ਖੋਈ ਹੋਈ ਸ਼ਕਤੀ ਨੂੰ ਫਿਰ ਤੋਂ ਰਿਵਾਈਵ ਕਰ ਸਕਦਾ, ਰਿਵਰਸ ਕਰ ਸਕਦਾ। ਅੱਜ ਵਿਗਿਆਨ ਨੇ ਇੱਕ ਦੋ ਚੀਜ਼ਾਂ ਦੇ ਉੱਤੇ ਧਿਆਨ ਦਿੱਤਾ ਹੈ ਕਿ ਉਹ ਹਾਰਟ ਦੀਆਂ ਨਾਲੀਆਂ ਨੂੰ ਵੀ ਡਾਈਟ ਦੇ ਦੁਆਰਾ, ਆਹਾਰ ਦੇ ਦੁਆਰਾ, ਵਿਚਾਰਾਂ ਦੀ ਪੋਜ਼ਿਟਿਵਿਟੀ ਦੁਆਰਾ ਔਰ ਮੈਡੀਟੇਸ਼ਨ ਦੁਆਰਾ ਉਹ ਖੋਲੀਆਂ ਜਾ ਸਕਦੀਆਂ ਔਰ ਖੁੱਲ ਰਹੀਆਂ ਹਨ। ਇਸ ਦਾ ਇੱਕ ਪ੍ਰੋਜੈਕਟ ਮਾਊਂਟ ਆਬੂ ਦੇ ਵਿੱਚ ਚੱਲ ਰਿਹਾ ਹੈ, ਜਿਨ੍ਹਾਂ ਦੇ ਵਿੱਚ 6000 ਤੋਂ ਲੋਕ ਵੱਧ ਹੌਲੀ ਹੌਲੀ ਮੈਡੀਸਨ ਦਾ ਤਿਆਗ ਕਰਕੇ ਉਹਨਾਂ ਦੀਆਂ 90%, 80% ਨਾਲੀਆਂ ਖੁੱਲ ਚੁੱਕੀਆਂ ਹਨ। ਨਿਰੋਗੀ ਕਾਇਆ ਉਹ ਆਪਣਾ ਐਕਸਪੀਰੀਅੰਸ ਵੀ ਇੱਕ ਦੂਜੇ ਨਾਲ ਸ਼ੇਅਰ ਕਰਦੇ ਹਨ। ਤਾਂ ਅੱਜ ਦੇ ਇਸ ਐਪੀਸੋਡ ਦੇ ਉੱਤੇ ਮੈਂ ਵਿਸ਼ਵਾਸ ਔਰ ਸਾਡਾ ਰੀਅਲ ਵਿਸ਼ਵਾਸ, ਸੱਚੇ ਵਿਸ਼ਵਾਸ, ਉਸ ਦੇ ਉੱਤੇ ਇਹਨੂੰ ਮੈਂ ਕੰਟੀਨਿਊ ਰੱਖਾਂਗਾ। ਅੱਜ ਮੈਂ ਵਿਰਾਮ ਦਿੰਦਾ ਹੋਇਆ, ਸਤਿ ਸ੍ਰੀ ਅਕਾਲ।